ਪੀਪੀਐਸਸੀ ਨਾਇਬ ਤਹਿਸੀਲਦਾਰ ਪ੍ਰੈਪਰੇਸ਼ਨ। ਵੈਰੀ ਗੁੱਡ ਆਫਟਰਨੂਨ ਸਟੂਡੈਂਟਸ। ਬੇਟਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪੀਪੀਐਸਸੀ ਨੇ ਨਾਇਬ ਤਹਿਸੀਲਦਾਰ ਦੀ ਟੈਂਟੇਟਿਵ ਡੇਟ ਜਿਹੜੀ ਹੈ 18 ਜੂਨ ਦੇਤੀ ਤੇ ਹੁਣ ਬਹੁਤ ਸਾਰੇ ਬੱਚੇ ਜਿਹੜੇ ਕਿ ਪੀਟੀਪੀਐਸਸੀ ਦੇ ਪੇਪਰਾਂ ਦੀ ਤਿਆਰੀ ਵੀ ਕਰ ਰਹੇ ਤੇ ਪੀਪੀਐਸਸੀ ਦੀ ਤਿਆਰੀ ਵੀ ਕਰਨਾ ਚਾਹੁੰਦੇ, ਉਹਨਾਂ ਦੇ ਮਨ 'ਚ ਬਹੁਤ ਡਾਊਟ ਹੈ ਕਿ ਸਰ ਅਸੀਂ ਕੀ ਕਰੀਏ, ਅਸੀਂ ਪੀਪੀਐਸਸੀ ਦੇ ਪੇਪਰ ਦੀ ਤਿਆਰੀ ਕਰੀਏ, ਨਾਇਬ ਦੀ ਤਿਆਰੀ ਕਰੀਏ, ਜਾਂ ਅਸੀਂ ਜਿਹੜੇ ਪੀਟੀਪੀਐਸਸੀ ਜਾਂ ਪੰਜਾਬ ਪੁਲਿਸ ਦੇ ਪੇਪਰਾਂ ਦੀ ਤਿਆਰੀ ਕਰੀਏ। ਤੇ ਅੱਜ ਦੇ ਵੀਡੀਓ 'ਚ ਮੈਂ ਤੁਹਾਡੇ ਸਾਰੇ ਡਾਊਟ ਲਵਾਂਗਾ। ਡਾਊਟ ਨੰਬਰ 1 ਕਿ ਪੀਪੀਐਸਸੀ ਵਰਸਸ ਪੀਟੀਪੀਐਸਸੀ ਜਾਂ ਪੰਜਾਬ ਪੁਲਿਸ ਕਿਹਦੀ ਤਿਆਰੀ ਕਰਨੀ ਚਾਹੀਦੀ ਹੈ। ਇਹ ਮੇਰਾ ਦੇਖੋ, ਮੈਂ ਆਪਣੇ ਐਕਸਪੀਰੀਅੰਸ ਹਿਸਾਬ ਨਾਲ, ਮੈਂ ਪਹਿਲੇ ਵੀ ਕਈ ਵਾਰੀ ਤੁਹਾਨੂੰ ਟੈਲੀਗ੍ਰਾਮ 'ਚ ਮੈਂ ਦੱਸਦਾ ਰਹਿਣਾ ਕਿ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ, ਜਿਹੜਾ ਮੈਂ 20-22 ਸਾਲ ਦਾ ਮੈਨੂੰ ਐਕਸਪੀਰੀਅੰਸ ਹੈਗਾ, ਉਸ ਹਿਸਾਬ ਨਾਲ ਮੇਰਾ ਓਪੀਨੀਅਨ ਹੈਗਾ। ਮੈਨੂੰ ਲੱਗਦਾ ਕਿ ਇਹ ਠੀਕ ਹੈਗਾ। ਜੇ ਤੁਹਾਨੂੰ ਲੱਗਦਾ ਸ਼ਾਇਦ ਕੁਝ ਬੱਚਿਆਂ ਨੂੰ ਮੇਰਾ ਓਪੀਨੀਅਨ ਠੀਕ ਨਹੀਂ ਲੱਗੇਗਾ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਹੈ, ਬਟ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਚੱਲੋਗੇ ਤਾਂ ਹਮੇਸ਼ਾ ਫਾਇਦੇ 'ਚ ਰਹੋਗੇ, ਕਿਉਂਕਿ ਮੈਂ ਜਿਹੜਾ ਐਕਸਪੀਰੀਅੰਸ ਹੈ ਉਹ ਬਹੁਤ ਮੈਟਰ ਕਰਦਾ ਹੈ। ਚਲੋ ਗੱਲ ਕਰੀਏ। ਤੇ ਦੂਜੀ ਗੱਲ, ਪੀਪੀਐਸਸੀ ਦੇ ਜਿਹੜੇ ਪੇਪਰ ਹੈ ਮੈਂ ਤੁਹਾਡੇ ਵਾਸਤੇ ਇੱਕ ਤਾਂ ਕੰਪਾਈਲ ਕਰ ਦਾਂਗਾ 2022 ਤੋਂ ਲੈ ਕੇ ਜਿੰਨੇ ਵੀ ਪੇਪਰ ਹੋਏ ਪੀਪੀਐਸਸੀ ਦੇ, ਜਿਨ੍ਹਾਂ 'ਚ ਮਤਲਬ ਥੋੜੀ ਬਹੁਤੀ ਜੀਐਸ ਆਈ ਹੈ, ਐਂਡ 'ਚ 15-20 ਕੁਐਸਚਨ ਹੁੰਦੇ ਆ, ਉਹ ਸਾਰੇ ਪੇਪਰ ਮੈਂ ਕੰਪਾਈਲ ਕਰ ਦਾਂਗਾ। ਪੀਪੀਐਸਸੀ ਦੀ ਆਫਲਾਈਨ ਕੋਚਿੰਗ ਜ਼ਬਰਦਸਤ ਤਰੀਕੇ ਨਾਲ ਆਫਲਾਈਨ ਕੋਚਿੰਗ ਕਰਾਵਾਂਗੇ। 2 ਦਿਨ ਦੀ ਡੈਮੋ ਵੀ ਦੇ ਰਹੇ। 13 ਮਾਰਚ ਨੂੰ ਅਸੀਂ ਬੈਚ ਸਟਾਰਟ ਕਰਾਂਗੇ, ਉਹਦੇ ਬਾਰੇ 'ਚ ਗੱਲ ਕਰਾਂਗੇ। ਪੀਪੀਐਸਸੀ ਦੇ ਨੋਟਸ, ਜਿਹੜੇ ਬੱਚੇ ਕਹਿੰਦੇ ਰਹਿੰਦੇ ਅਸੀਂ ਕਿੱਥੋਂ ਪੜ੍ਹਨਾ ਜੀ, ਅਸੀਂ ਪੜ੍ਹੀਏ ਕਿੱਥੋਂ, ਸਾਰਾ ਪੇਪਰ ਬ੍ਰਾਈਟ ਅਕੈਡਮੀ ਦੇ ਨੋਟਸਾਂ 'ਚ ਆਉਂਦਾ। ਬੇਟਾ 80% ਤੋਂ ਪਲੱਸ ਜਿਹੜਾ ਪੇਪਰ ਹੈ ਬ੍ਰਾਈਟ ਅਕੈਡਮੀ ਦੇ ਨੋਟਸਾਂ 'ਚ ਆਉਂਦਾ ਹੈ। ਕਰੰਟ ਅਫੇਅਰ ਦਾ ਮੈਂ ਪਿਛਲੀ ਵਾਰੀ ਵੀਡੀਓ ਬਣਾਤਾ, ਅੱਜ ਮੈਂ ਪੋਲਿਟੀ ਦਾ ਵੀਡੀਓ ਤੁਹਾਡੇ ਵਾਸਤੇ ਬਣਾ ਦਾਂਗਾ। ਮੌਕ ਟੈਸਟ ਸੀਰੀਜ਼ ਲਾਂਚ ਕਰ ਰਹੇ, ਉਹਦੇ ਬਾਰੇ ਗੱਲ ਕਰਾਂਗੇ। ਜਿਹੜੇ ਪੋਲਿਟੀ ਦੇ 8 ਕੁਐਸਚਨ ਆਊਟ ਆਫ 9 ਜਿਹੜੇ ਹੈ ਬ੍ਰਾਈਟ ਅਕੈਡਮੀ ਨੇ ਡਾਇਰੈਕਟ ਨੋਟਸ 'ਚ ਸੀਗੇ, ਵਿਦ ਤੁਹਾਡੇ ਵਾਸਤੇ ਮੈਂ ਪ੍ਰੂਫ ਵਿਦ ਆਪਣਾ ਸਕਰੀਨਸ਼ਾਟ ਨਾਲ ਤੁਹਾਡੇ ਨਾਲ ਅਟੈਚ ਕੀਤੇ हैं। तो चलो सबसे पहले गल करिए, ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਪੀਪੀਐਸਸੀ ਵਰਸਸ ਪੀਟੀਪੀਐਸਸੀ। ਹੁਣ ਬੱਚੇ ਨਾਰਾਜ਼ ਨਾ ਹੋ ਜਾਓ, ਮੇਰਾ ਜਿਹੜਾ ਓਪੀਨੀਅਨ ਹੈ, ਦੇਖੋ ਜਿਹੜੇ ਬੱਚੇ ਤਾਂ ਆਲਰੇਡੀ ਨੌਕਰੀ 'ਚ ਲੱਗੇ ਹੈ, ਕੋਈ ਵੀ ਨੌਕਰੀ ਲੱਗੀ ਉਹਨਾਂ ਦੀ, ਪੀਟੀਪੀਐਸਸੀ ਕਲਰਕ ਲੱਗੇ ਹੈ, ਆਪਣਾ ਪਟਵਾਰੀ ਲੱਗੇ ਹੈ, तो कोई कांस्टेबल लग्या हैगा, कोई अपना कोऑपरेटिव बैंक च लग्या, कोई चंडीगढ़ एडमिनिस्ट्रेशन लग्या, कोई एसएससी लग्या, जिथे मर्जी लगे यार तुसी, जे ये तुहाडी ऑलरेडी नौकरी लगी हुई है, ठीक है, या फिर तुसी 2 साल तो आईएएस की तैयारी कर रहे हो, ठीक है, मीनस तुसी प्री भी एक बारी क्वालीफाई किया है, मेन्स भी दिता है, ठीक है, तुहाडा लैवल चंगा है। ये नहीं कि आईएएस की तैयारी कर रहे नंबर तुहाडे 10 आ रहे, वो आईएएस की तैयारी नहीं मान रहा, मतलब तुहाडा लैवल हैगा। या तुहाडा पिछली बारी पीसीएस का प्री क्लीयर सीगा, तुसी मेन्स लैवल की तैयारी कर रहे सीगे। ये बच्चे तो सारे बेटा, चाहे तुहाडी नहीं भी नौकरी लगी है ना, ਇਹ ਤੁਸੀਂ ਸਾਰੇ ਬੱਚੇ ਜਿਹੜੇ ਪੀਪੀਐਸਸੀ ਦੇ ਨਾਇਬ ਤਹਿਸੀਲਦਾਰ ਦੀ ਤਿਆਰੀ ਕਰ ਸਕਦੇ ਹੋ, ਕਿਉਂਕਿ ਤੁਹਾਡਾ ਆਲਰੇਡੀ ਇੱਕ ਲੈਵਲ ਜਿਹੜਾ ਹੈ ਅਚੀਵ ਹੋਇਆ ਪਿਆ ਹੈ। ਜਿਹੜੇ ਬੱਚਿਆਂ ਦੀ ਕੋਈ ਨੌਕਰੀ ਨਹੀਂ ਲੱਗੀ, ਨਾ ਉਹ ਇਸ ਕੈਟਾਗਰੀ ਕਿਸੇ ਕੈਟਾਗਰੀ ਚ ਆ ਰਹੇ, ਚੁੱਪਚਾਪ ਅੱਖ ਬੰਦ ਕਰਕੇ ਚੁੱਪਚਾਪ ਪੀਟੀਪੀਐਸਸੀ ਦੇ ਪੇਪਰਾਂ ਦੀ ਵੀਡੀਓ, ਐਕਸਾਈਜ਼ ਇੰਸਪੈਕਟਰ, ਪੀਟੀਪੀਐਸਸੀ ਕਲਰਕ, ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ ਸਬ ਇੰਸਪੈਕਟਰ, ਚੁੱਪਚਾਪ ਇਹਨਾਂ ਪੇਪਰਾਂ ਦੀ ਤਿਆਰੀ ਕਰ ਲਓ। ਹੁਣ ਕਈ ਲੋਕੀ ਮੈਂ ਕਹਿੰਦੇ ਸੁਣੇ, ਚੈਨਲਾਂ ਵਾਲੇ ਵੀ ਕਹਿੰਦੇ, ਕੋਈ ਟੀਚਰ ਵੀ ਕਹਿੰਦੇ ਜੀ ਆਈਐਸ ਦੀ ਤਿਆਰੀ ਕਰ ਲੋਗੇ ਤਾਂ ਤੁਹਾਡੇ ਥੱਲੇ ਵਾਲੇ ਪੇਪਰ ਆਪਣੇ ਆਪ ਪਾਸ ਹੋਣੇ। ਬਿਲਕੁਲ ਨਹੀਂ ਹੋਣੇ। ਆਈਐਸ ਦੀ ਜਿਹੜੀ ਤਿਆਰੀ ਹੈ, ਜਿਹੜੀ ਬੇਟਾ ਪੀਪੀਐਸਸੀ ਦੀ ਜਿਹੜੀ ਤਿਆਰੀ ਹੈ, ਬਿਲਕੁਲ ਡਿਫਰੈਂਟ ਹੈਗੀ ਹੈ। ਇਹ ਕਨਸੈਪਚੁਅਲ ਜੀਐਸ ਬੇਸਡ ਹੈ। ਤੁਹਾਡੇ ਨਾਲ ਪੇਪਰ ਮੈਂ ਹੁਣ ਪੋਲਿਟੀ ਦਾ ਪੇਪਰ ਐਨਾਲਾਈਜ਼ ਕਰੂੰਗਾ, ਤੁਹਾਨੂੰ ਪਤਾ ਚੱਲ ਜਾਊਗਾ। ਤੇ ਜਿਹੜੇ ਪੀਟੀਪੀਐਸਸੀ ਦੇ ਤੇ ਜਿਹੜੇ ਪੰਜਾਬ ਪੁਲਿਸ ਦੇ ਪੇਪਰ ਹੈ, ਬਿਲਕੁਲ ਜਿਹੜੇ ਫੈਕਚੁਅਲ ਬੇਸਡ ਹੈ। जीके भी स्टैटिक आती है, मैथ आता है, रीजनिंग आती है, इंग्लिश आती है, कंप्यूटर आता है, पंजाबी आती है, पंजाब जीके आता है। या तो तुम इन्हों की तैयारी कर लो, या फिर तुम जीएस डिटेल च पढ़ लो। हुण लक्ष्मीकांत पढ़ी जाओगे, अपना पॉलिटी वास्ते पढ़ी जाओगे, या मॉडर्न इंडिया की कोई बुक पढ़ी जाओगे, जियोग्राफी की बुकां पढ़ी जाओगे, तो नाल तुहाडा अपना पेपर पीटीपीएससी का कोई भी पास नहीं होगा। जे आईएएस की तैयारी करन नाल जिन्हों ने आईएएस की बहुत चंगी लैवल की तैयारी की, उन्होंने पीटीपीएससी के पेपर क्लीयर होंगे बेटा। तो एक्साइज इंस्पैक्टर सारे जो बच्चे आईएएस की तैयारी कर रहे वही लगे होंगे। ऐसा कुछ नहीं हैगा। चुपचाप जोड़ा है अपना या पीटीपीएससी की तैयारी कर लो, या फिर इन्हें किसी कैटेगरी चाहते हो तो तुम पीपीएससी लैवल की तैयारी कर सकते हो। तो ये तुहाडा बिल्कुल, मैं दिमाग 'च बिल्कुल कंसैप्ट क्लीयर करना चाह रहा सीगा कि तुसीं किहड़े पेपर की तैयारी करनी है। हुण दूजी गल करिए, ਜੇ ਤੁਸੀਂ ਪੀਪੀਐਸਸੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤੇ ਸਪੈਸ਼ਲ ਅਸੀਂ ਬੇਟਾ ਤੁਹਾਡੇ ਵਾਸਤੇ ਆਫਲਾਈਨ ਕੋਚਿੰਗ ਸਟਾਰਟ ਕਰ ਰਹੇ ਹਾਂ, ਜਿਹਦੇ 'ਚ 2 ਦਿਨ ਦਾ ਡੈਮੋ ਵੀ ਦਵਾਂਗੇ, ਜਿਹਦੇ ਤੁਸੀਂ ਆ ਕੇ ਸਾਡੀ ਜ਼ਬਰਦਸਤ ਕੁਆਲਿਟੀ ਦੇਖ ਸਕਦੇ ਹੋ। ਟੀਚਰ ਕਿੰਨਾ ਵਧੀਆ ਪੜ੍ਹਾ ਰਹੇ, ਨੋਟਸ ਸਾਰੇ ਮਿਲਣਗੇ। 2 ਮਹੀਨੇ ਡਿਊਰੇਸ਼ਨ ਹੋਏਗੀ, 3 ਘੰਟੇ ਡੇਲੀ ਕਲਾਸ ਹੋਏਗੀ, 2 ਤੋਂ 5 ਸਾਰੀ ਮੈਂਟਲਿਟੀ ਤੇ ਜੀਐਸ ਕਵਰਡ ਹੋਏਗਾ। ਪੀਪੀਐਸਸੀ ਲੈਵਲ ਦੀ ਪ੍ਰੈਪਰੇਸ਼ਨ ਹੋਏਗੀ, ਠੀਕ ਹੈ ਜੀ। 12500 ਦੀ ਫੀ ਹੈਗੀ ਹੈ। ਇਹ ਤੁਸੀਂ ਆਫਟਰ ਡੈਮੋ ਦੇਣੀ ਹੈ। 4000 ਹੈਗੀ, ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ। ਚੰਡੀਗੜ੍ਹ ਸਟਾਰਟ ਕਰ ਰਹੇ ਹਾਂ 13 ਮਾਰਚ ਨੂੰ ਅਸੀਂ। 9988442200 ਨੰਬਰ ਹੈਗਾ ਸਾਡਾ, WhatsApp ਵੀ ਹੈਗਾ ਤੇ ਕਾਲ ਨੰਬਰ ਵੀ ਹੈਗਾ। ਤੇ ਜੇ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ, ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ ਤੇ ਅੱਜ ਹੋਰ ਵੀਡੀਓ 'ਚ ਮੈਂ ਤੁਹਾਨੂੰ ਪ੍ਰੂਵ ਕਰ ਦਾਂਗਾ ਕਿ ਜੇ ਨੋਟਸ ਲੈਣਾ ਚਾਹੁੰਦੇ ਹੋ ਪੀਪੀਐਸਸੀ ਦੇ ਤਾਂ ਪੂਰੇ ਪ੍ਰਿੰਟਡ ਨੋਟਸ ਮਿਲ ਜਾਣਗੇ, ਜਿਸ 'ਚ ਜੀਐਸ, ਕਰੰਟ ਅਫੇਅਰ, ਪੰਜਾਬ ਜੀਕੇ, ਮੈਥ, ਰੀਜ਼ਨਿੰਗ ਸਾਰਾ ਕੁਝ ਕਵਰ ਹੋਊਗਾ। ਤੇ ਨਾਇਬ ਦੇ ਜਿਹੜੇ ਵਧੀਆ ਲੈਵਲ ਦੇ ਜਿਹੜੇ ਮੌਕ ਟੈਸਟ ਹੈਗੇ, ਤੁਹਾਨੂੰ ਨੀਅਰ ਐਗਜ਼ਾਮ ਜਿਹੜੇ ਹੈ, ਨੀਅਰ ਐਗਜ਼ਾਮ ਕੀ ਹੁਣੇ ਅਗਲੇ ਹਫਤੇ ਤੋਂ ਹੀ ਲਾਂਚ ਕਰਨ ਲੱਗੇ ਹੈ, ਉਹ ਵੀ ਤੁਹਾਨੂੰ 1 by 1 ਕਰਕੇ ਮਿਲ ਜਾਣਗੇ ਐਪ 'ਚ। ਪ੍ਰਾਈਸ ਆਫ ਨੋਟ ਜਿਹੜਾ 4000 ਹੈਗਾ। ਤੁਸੀਂ ਜੇ ਮੰਗਾਣੇ ਹੈਗੇ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ, WhatsApp ਕਰ ਸਕਦੇ ਹੋ, ਤੇ ਤੁਹਾਡੇ ਕੋਲ ਸਪੀਡ ਪੋਸਟ ਵੀ ਆ ਜਾਣਗੇ, ਤੁਸੀਂ ਇੱਥੇ ਆ ਕੇ ਵੀ ਲੈ ਸਕਦੇ ਹੋ। ਹੁਣ
नायब तहसीलदार की मॉक टेस्ट सीरीज की गल करिए तो 10 मॉक टेस्ट ਜਿਹੜੇ ਹੈ ਬ੍ਰਾਈਟ ਅਕੈਡਮੀ ਦੀ ਐਪਲੀਕੇਸ਼ਨ ਤੇ ਲਾਂਚ ਕਰ ਰਹੇ हैं। कदों ਲਾਂਚ ਕਰ ਰਹੇ हैं? 16 ਤਰੀਕ ਨੂੰ ਲਾਂਚ ਕਰ ਰਹੇ हैं। ਪਹਿਲਾ ਟੈਸਟ 16 ਨੂੰ ਆਊਗਾ, ਫਿਰ ਹਰ ਹਫਤੇ ਇੱਕ ਟੈਸਟ ਆ ਜਾਇਆ ਕਰੂਗਾ। ਇਦਾਂ ਕਰਕੇ 10 ਹਫਤੇ ਚ ਤੁਹਾਨੂੰ ਮੈਂ 10 ਜਿਹੜੇ ਟੈਸਟ ਜਿਹੜੇ ਪ੍ਰੋਵਾਈਡ ਕਰ ਦਾਂਗਾ ਤੇ ਇਹ ਅਸੀਂ 15 ਮਾਰਚ ਤੋਂ ਬਾਅਦ ਜਿਹੜੇ ਹੈ ਅਪਰੋਕਸੀਮੇਟਲੀ 16 ਤਰੀਕ ਨੂੰ ਪਹਿਲਾ ਟੈਸਟ ਜਿਹੜਾ ਲਾਂਚ ਕਰ ਦਾਂਗੇ। ਤੇ ਜਦੋਂ ਵੀ ਲਾਂਚ ਕਰਾਂਗੇ ਟੈਲੀਗ੍ਰਾਮ 'ਚ ਵੀ ਪਾ ਦਾਂਗੇ ਤੇ ਵੀਡੀਓ ਵੀ ਬਣਾ ਦਾਂਗੇ। ਹੁਣ ਗੱਲ ਆ ਗਈ ਕਿ ਪੀਪੀਐਸਸੀ ਦਾ ਜਿਹੜਾ ਪਿਛਲੀ ਵਾਰੀ ਨਾਇਬ ਤਹਿਸੀਲਦਾਰ ਦਾ ਪੇਪਰ ਹੋਇਆ, ਮੈਂ ਇੱਕ ਪਹਿਲੇ ਵੀਡੀਓ ਪਾਇਆ ਸੀਗਾ, ਤੁਸੀਂ ਆਪਣਾ YouTube ਤੇ ਜਾ ਕੇ ਚੈੱਕ ਕਰ ਸਕਦੇ ਹੋ। 19 ਕੁਐਸਚਨ ਕਰੰਟ ਅਫੇਅਰ ਚ ਆਏ ਸੀਗੇ, 16 ਡਾਇਰੈਕਟ ਜਿਹੜੇ ਬ੍ਰਾਈਟ ਅਕੈਡਮੀ ਦੇ ਨੋਟਸ ਤੇ ਸੀਗੇ। ਮੈਂ ਵੀਡੀਓ ਵਿਦ ਸਕਰੀਨਸ਼ਾਟ ਸਾਰਾ ਬਣਾਇਆ ਸੀਗਾ। ਹੁਣ ਅੱਜ ਦੇ ਪੇਪਰ 'ਚ ਮੈਂ ਵੀਡੀਓ ਐਨਾਲਿਸਿਸ ਕਰ ਰਿਹਾ, ਇਦਾਂ ਹੀ ਮੈਂ ਤੁਹਾਨੂੰ ਮਾਡਰਨ ਹਿਸਟਰੀ ਦਾ ਹੀ ਬਣਾ ਦਾਂਗਾ, ਜੀਓਗ੍ਰਾਫੀ ਦਾ ਹੀ ਬਣਾ ਦਾਂਗਾ, ਇਕਨੋਮੀ ਦਾ ਹੀ ਬਣਾ ਦਾਂਗਾ, ਇੱਕ ਇੱਕ ਕਰਕੇ ਮੈਂ ਸਾਰੇ ਬਣਾ ਦੇਣੇ ਆ। ਤੁਹਾਨੂੰ ਮੈਂ ਵਿਦ ਸਕਰੀਨਸ਼ਾਟ ਦਿਖਾ ਰਿਹਾ ਟੋਟਲ ਜਿਹੜੇ ਪੀਪੀਐਸਸੀ ਦਾ ਜਿਹੜਾ ਪੇਪਰ ਹੋਇਆ ਸੀ ਨਾਇਬ ਤਹਿਸੀਲਦਾਰ ਦਾ ਪਿਛਲੀ ਵਾਰੀ, ਉਸ 'ਚ 9 ਕੁਐਸਚਨ ਆਏ ਸੀਗੇ ਇੰਡੀਅਨ ਪੋਲਿਟੀ 'ਚ। क्वेश्चन नंबर 56 ऑनवर्ड सीगे, विच एक अद्धा कोई एंड च मैं शायद मिस कर गया होवे, बट 9 क्वेश्चन दा डायरेक्ट सीगे जिहड़े सीरियल ऑर्डर च सीगे। ठीक है जी, हुण ये क्वेश्चन देखो कंसैप्चुअल बेस सीगे ते ब्राइट अकैडमी दे नोट्स दा ये स्क्रीनशॉट भी लाया नाल मैं ते किहड़े पेज नंबर च नोट्स किसी बच्चे को नोट्स हैगे ते किहड़े पेज नंबर च हैगे नोट्स, ये मतलब क्वेश्चन कित्थे सीगा। हुण पहला क्वेश्चन सीगा विद रेफरेंस टू पावर्स ऑफ प्रेसिडेंट कंसीडर द फॉलोइंग स्टेटमेंट। The president shall have the power to promulgate ordinance only when the parliament is not in session. ये देखो not in session. Ordinance power is respective of whether parliament is not in session. ये देखो की लिखा हुआ ordinance making power of the president is a parallel power. इन्होंने लिखा देखो डायरेक्ट लिखा it is not parallel. इट मीनस उन्होंने पूछा सीगा which of the following statement is correct ਤੇ आंसर आ गया ए, क्योंकि पहली ਜਿਹੜੀ ठीक है दूजा ਜਿਹੜਾ गलत है ਤੇ ਇਹ डायरेक्ट पीडीएफ ਚ ਪਿਆ ਹੋਇਆ ਪਹਿਲਾ क्वेश्चन। क्वेश्चन नंबर 57 गवर्नमेंट ऑफ इंडिया एक्ट के उत्ते क्वेश्चन आया सीगा विच ऑफ द फॉलोइंग एक्ट रिपोर्ट क्रिएटेड द फेडरल कोर्ट इन इंडिया। देखी जाओ नाल नाल, ये देखो ये पेज नंबर हैगा ब्राइट अकैडमी दा पॉलिटी दे नोट्स दा पीपीएससी दे पेज नंबर 4 ते ये देखो फेडरल कोर्ट विच वाज सेट अप इन 1937 गवर्नमेंट ऑफ इंडिया एक्ट 1935। ये आंसर इहदा आ गया अपना ਤੁਹਾਡਾ डी। आगे चलिए ब्राइट पॉलिटी दे नोट्स दा पेज नंबर 2, ठीक है। चार्टर एक्ट 1833 ਦੇ ਉੱਤੇ क्वेश्चन आया ਸੀਗਾ। चार्टर एक्ट वाज एंटाइटल्ड टू टेन्योर ऑफ विलियम बेंटिक। विलियम बेंटिक की पहला ਜਿਹੜਾ ਗਵਰਨਰ ਜਨਰਲ ਬਣਿਆ ਸੀਗਾ ਇੰਸਟੀट्यूट ਦਾ ਪੋਸਟ ਆਫ ਗਵਰਨਰ ਜਨਰਲ। ਠੀਕ ਹੈ ਜੀ, ਵਿਲੀਅਮ ਬੈਂਟਿਕ ਬਿਕਮ ਦਾ ਫਰਸਟ ਗਵਰਨਰ ਜਨਰਲ ਆਫ ਇੰਡੀਆ। ਤੇ ਹੁਣ ਇਹਨਾਂ ਨੇ ਪੁੱਛਿਆ ਇਹਨਾਂ ਵਿੱਚ ਕਿਹੜੀ ਜਿਹੜੀ ਹੈ ਗਲਤ ਹੈ। ਦੇਖੋ ਜੀ ਵਿਲੀਅਮ ਬੈਂਟਿਕ ਪਹਿਲਾ ਗਵਰਨਰ ਜਨਰਲ ਬਣਿਆ, ਹਰ ਜਗ੍ਹਾ ਵਿਲੀਅਮ ਬੈਂਟਿਕ ਲਿਖਿਆ, ਸਿਰਫ ਤੀਜੇ ਤੇ ਨਹੀਂ ਲਿਖਿਆ। ਤਾਂ ਪਹਿਲਾ ਦੂਜਾ ਤੇ ਜਿਹੜਾ ਤੀਜਾ ਆਨਸਰ ਕੀ ਹੈਗਾ ਦਾ ਕਿਹੜਾ ਗਲਤ ਹੈ। ਪਹਿਲੇ ਦੂਜਾ ਤੇ ਚੌਥਾ ਜਿਹੜਾ ਉਹ ਠੀਕ ਹੈਗਾ ਤੇ ਤੀਜਾ ਕਿਹੜਾ ਸੀਗਾ ਗਲਤ ਸੀਗਾ। ਇਹ ਡਾਇਰੈਕਟ ਕੁਐਸਚਨ ਇਹ ਵੀ ਸੀਗਾ। ਇਹ ਜਿਹੜਾ ਕੁਐਸਚਨ ਸੀਗਾ ਇੰਡੀਅਨ ਇੰਡੀਪੈਂਡੈਂਸ ਐਕਟ 1947 ਵਾਲਾ, ਇਹ ਡਾਇਰੈਕਟ ਕੁਐਸਚਨ ਕਵਰ ਨਹੀਂ ਸੀਗਾ। ਹਾਲਾਂਕਿ ਇਹਦਾ 50% ਕਵਰ ਸੀਗਾ, 2 ਪਾਰਟ ਕਵਰ ਸੀਗੇ, ਬਟ ਮੈਂ ਫਿਰ ਵੀ ਇਹ ਮੰਨ ਕੇ ਚੱਲ ਰਿਹਾ ਕਿ ਇਹ ਨੋਟਸਾਂ 'ਚ ਡਾਇਰੈਕਟ ਕਵਰ ਨਹੀਂ ਸੀਗਾ। ਇਸ ਵਾਰੀ ਟਰਾਈ ਕਰਾਂਗੇ ਕਿ ਇਹਨੂੰ ਵੀ ਅਸੀਂ ਕਵਰ ਕਰਾਂਗੇ। ਤੇ ਹੁਣ ਅਸੀਂ ਗੱਲ ਕਰੀਏ ਕਿ ਅਗਲਾ ਕੁਐਸਚਨ ਇਨ ਕਨੈਕਸ਼ਨ ਵਿਦ ਦਾ ਫਸਟ ਸੈਸ਼ਨ ਆਫ ਕੰਸਟੀਟਿਊਸ਼ਨ ਅਸੈਂਬਲੀ ਕੰਸੀਡਰ ਦਾ ਫਸਟ ਸੈਸ਼ਨ ਆ ਕੁਐਸਚਨ ਕੀ ਪੁੱਛਿਆ ਕਰੈਕਟ ਪੁੱਛਿਆ 9 ਦਸੰਬਰ ਨੂੰ ਸਟਾਰਟ ਹੋਇਆ। ਦੇਖੋ 9 ਦਸੰਬਰ ਲਿਖਿਆ ਇੱਥੇ, ਠੀਕ ਹੈ ਜੀ। ਸਚਿਦਾਨੰਦ ਸਿਨਹਾ ਦੀ ਗੱਲ ਲਿਖੀ ਹੈ। ਸਚਿਦਾਨੰਦ ਸਿਨਹਾ ਜਿਹੜਾ ਫਸਟ ਪ੍ਰੈਜ਼ੀਡੈਂਟ ਬਣਿਆ। ਜਵਾਹਰ ਲਾਲ ਨਹਿਰੂ ਜਿਹੜੀ ਹੈ ਉਹਨੇ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਕੀਤਾ ਤੇ ਇਹ ਜਿਹੜਾ ਤੀਜਾ ਜਿਹੜਾ ਸੀਗਾ ਇਹ ਇੱਥੇ ਨਹੀਂ ਸੀਗਾ। ਤਾਂ ਉਹਨਾਂ ਨੇ ਪੁੱਛਿਆ ਕਿ ਸੀਗਾ ਕਰੈਕਟ ਕਿਹੜਾ ਹੈ। ਹੁਣ 1 2 ਤੇ 4 1 2 ਤੇ 4 ਵਾਲਾ ਤੁਸੀਂ एलिमिनेशन मैथड नाल भी ईजिली कर सकते हो। ਤੁਹਾਨੂੰ थर्ड नहीं भी पता ਸੀਗਾ ਤਾਂ ਵੀ ਤੁਸੀਂ 1 2 4 करके आंसर ਜਿਹੜਾ ਆ ਗਿਆ ਇਹਦਾ सी आंसर आ गया। अगला क्वेश्चन देखो पंचायती राज विच ऑफ द फॉलोइंग कमेटी ਜਿਹੜੀ ਹੈ डायरेक्टली रिलेटेड टू पंचायती राज सिस्टम। ਇਹ ਬ੍ਰਾਈਟ ਅਕੈਡਮੀ ਦੇ ਪੋਲਿਟੀ ਦੇ ਨੋਟਸ ਹੈ, पेज नंबर 49 ਹੈਗਾ। ठीक है जी, बलवंत राय मेहता कमेटी, अशोक मेहता कमेटी, एल एम सिंघवी कमेटी ਤੇ ਜਿਹੜੀ ਹਨਮੰਥਾ ਰਾਏ ਕਮੇਟੀ ਸੀਗੀ ਇਹ ਡਿਸਟ੍ਰਿਕਟ ਪਲੈਨਿੰਗ ਕਰਕੇ ਸੀਗੀ। ਇਸ ਕਰਕੇ ਜਿਹੜਾ ਕਰੈਕਟ ਪੁੱਛਿਆ ਸੀਗਾ ਇਹਨਾਂ ਨੇ ਵਿਚ ਆਫ ਦਾ ਫੋਲੋਇੰਗ ਇਜ਼ ਡਾਇਰੈਕਟਲੀ ਰਿਲੇਟਡ ਟੂ ਪੰਚਾਇਤੀ ਰਾਜ ਸਿਸਟਮ। ਆਨਸਰ ਸੀਗਾ ਡੀ 1 2 ਐਂਡ 4। ਇਹ ਵੀ ਡਾਇਰੈਕਟ ਕੁਐਸਚਨ ਨੋਟਸ ਚ ਸੀਗਾ। ਉਸ ਤੋਂ ਬਾਅਦ ਅਗਲਾ ਕੁਐਸਚਨ ਸੀਗਾ ਕੰਸੋਲੀਡੇਟਡ ਫੰਡ ਦੇ ਉੱਤੇ। ਠੀਕ ਹੈ ਜੀ, ਆਰਟੀਕਲ 266 ਨਹੀਂ ਹੈ, ਇੱਥੇ 267 ਲਿਖਿਆ ਸੀਗਾ। ਠੀਕ ਹੈ, ਕਰੈਕਟ ਪੁੱਛਿਆ ਸੀ ਜਿਹੜਾ ਮਤਲਬ ਇਹ ਜਿਹੜਾ ਗਲਤ ਸੀਗਾ। ठीक है जी, 4 जिथे आ गया तो गलती हो जाने है, मतलब 4 गलत सीगा तो ए बी आंसर भी कट गया ते डी आंसर भी कट गया। ठीक है, नो मनी दिस कैन बी appropriated except in accordance with parliamentary law, in accordance with parliamentary law। पहला ठीक है जी, all revenue received by government or raised money by government of India, consolidated fund of India। दूसरा भी ठीक है। तीजा की कह रहा है all money of the consolidated fund of India should be spent after proper approval from लोक सभा। खाली लोक सभा की गल नहीं कर रहा हो, ये गलत है। तीजा चौथा भी गलत है। और इन अकॉर्डिंग विद पार्लियामेंटरी लॉ लिखा सीगा तो इट मींस कि 1 एंड 2 आर करेक्ट। ते पॉलिटी दे पेज नंबर 38 च क्वेश्चन सीगा। अगला क्वेश्चन सीगा मॉन्टेग चेल्मसफोर्ड प्रपोजल आर रिलेटेड टू। ये देखो की लिखा है
ਡੈਵੋਲੂਸ਼ਨ ਆਫ ਲੈਜਿਸਲੇਟਿਵ ਅਥਾਰਟੀ ਬਾਈ ਸੈਂਟਰ ਟੂ ਪ੍ਰੋਵਿੰਸ ਸੈਪਰੇਟਿੰਗ ਸੈਂਟਰਲ ਐਂਡ ਪ੍ਰੋਵਿੰਸ਼ੀਅਲ ਪਾਵਰ ਦੇ ਉੱਤੇ ਗੱਲ ਕੀਤੀ ਸੀ, ਮੀਨਸ ਕਨਸਟੀਟਿਊਸ਼ਨ ਰਿਫਾਰਮ ਕਰਨਾ ਚਾਹ ਰਹੇ ਸੀਗੇ ਤੇ ਆਨਸਰ ਸੀਗਾ ਸੀ, ਡਾਇਰੈਕਟ ਇਹ ਵੀ ਕੁਐਸਚਨ ਸੀਗਾ। ਕੁਐਸਚਨ ਨੰਬਰ 64, in connection with the Attorney General of India, consider the following statement. He can take part in the proceeding of the House, he can become a member of the committee of the Lok Sabha, he can deliver a lecture in the speech in the Lok Sabha, he can cast his vote. Directly लिखा, he can right to speak in the parliament without entitled to vote. ये vote वाला आंसर नहीं आना, मतलब 4 नंबर का बिल्कुल नहीं आना है। ये देखो आंसर की है दा, ये कट गया 4 नंबर इधर से सीगा, इधर सीगा 1 2 3 आएगा या 1 भी ठीक है। he can take part in the proceeding of the house, he can become a member of the committee। ये देखो member of the parliamentary committee, ਤੇ मतलब पहला दूजा ਤੇ ਤੀਜਾ ਜਿਹੜੇ ਹੈ ਠੀਕ ਸੀਗੇ। 64 ਨੰਬਰ ਕੁਐਸਚਨ ਹੋ ਗਿਆ ਤੇ 9 ਕੁਐਸਚਨ ਮੈਂ ਤੁਹਾਡੇ ਵਾਸਤੇ ਕਵਰ ਕਰਤੇ। 9 ਵਿੱਚ 8 ਜਿਹੜੇ ਸੀਗੇ ਡਾਇਰੈਕਟ ਨੋਟਸ ਸੀਗੇ। ਹੁਣ ਤੁਸੀਂ ਡਿਸੀਜਨ ਲੈਣਾ ਹੈ ਕਿ ਤੁਸੀਂ ਆਪਣੇ ਆਪ ਜਿਹੜੀਆਂ ਆਈਏਐਸ ਦੀਆਂ ਕਿਤਾਬਾਂ ਸਪੈਕਟਰਮ ਵਗੈਰਾ ਪੜ੍ਹ ਕੇ, ਲక్ష్ਮੀਕਾਂਤ ਪੜ੍ਹ ਕੇ ਟਾਈਮ ਵੇਸਟ ਕਰਨਾ ਹੈ। ਹਾਲਾਂਕਿ ਇਹ ਨਹੀਂ ਮੈਂ ਕਰੇ ਕਿ ਉਹ ਕਿਤਾਬਾਂ ਖਰਾਬ ਹੈਗੀਆਂ, मतलब ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਤੁਸੀਂ ਇੰਨੀ ਡਿਟੇਲ ਚ ਉਹਨਾਂ ਨੂੰ ਪੜ੍ਹ ਲਓ। ਕਿਸੇ ਵੀ ਬ੍ਰਾਈਟ ਅਕੈਡਮੀ ਦੇ ਨੋਟਸ ਲੈਣੇ ਬ੍ਰਾਈਟ ਦੇ ਲੈ ਲਓ, ਜਾਂ ਕਿਸੇ ਵੀ ਆਈਏਐਸ ਦੇ ਜਿਹੜੇ ਕੰਸਾਈਜ਼ ਨੋਟਸ ਹੈ ਉਹਨਾਂ ਨੂੰ ਲੈ ਕੇ ਬੇਟਾ ਸਿਸਟਮੈਟਿਕਲ ਤਰੀਕੇ ਨਾਲ ਤਿਆਰੀ ਕਰੋ, ਸੋ ਦੈਟ ਕੋਈ ਨਾ ਕੋਈ ਤੁਹਾਡਾ ਪੇਪਰ ਪਾਸ ਹੋਵੇ। ਤੇ ਹੁਣ ਅਗਲੇ ਵੀਡੀਓ 'ਚ ਮੈਂ ਤੁਹਾਡੇ ਵਾਸਤੇ ਹਿਸਟਰੀ ਦਾ ਜਿਹੜਾ ਨੈਕਸਟ ਵੀਡੀਓ ਜਿਹੜਾ ਮੈਂ ਨਾ ਹਿਸਟਰੀ ਦਾ ਜਿਹੜਾ ਪੀਪੀਐਸਸੀ ਦਾ ਨਾਇਬ ਤਹਿਸੀਲਦਾਰ ਦਾ ਪਿਛਲੀ ਵਾਰ ਪੇਪਰ ਸੀਗਾ, ਉਹਦੇ ਸਾਰੇ ਕੁਐਸਚਨ ਵੀ ਸਕਰੀਨਸ਼ਾਟ ਤੁਹਾਡੇ ਨਾਲ ਸ਼ੇਅਰ ਕਰੂੰਗਾ। ਤੇ ਡਿਸੀਜਨ ਤੁਹਾਡਾ ਹੈ ਕਿ ਤੁਸੀਂ ਕੋਚਿੰਗ ਲੈਣੀ ਹੈ, ਨੋਟਸ ਲੈਣਾ ਹੈ, ਜਾਂ ਤੁਸੀਂ ਸੈਲਫ ਸਟੱਡੀ ਕਰਨੀ ਹੈ। ਜੋ ਵੀ ਤੁਹਾਡਾ ਡਿਸੀਜਨ ਹੋਏਗਾ, ਗੋਡ ਬlesਸ ਯੂ, ਥੈਂਕ ਯੂ।